ਸਤਿ ਸ਼੍ਰੀ ਅਕਾਲ ਦੋਸਤੋ। ਇਗਨਾਈਟਿਡ ਮਾਈਂਡ ਇੰਸਟੀਚਿਊਟ ਦੇ YouTube ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਪ੍ਰੋਫੈਸਰ ਗੁਰਪ੍ਰੀਤ ਸਿੰਘ ਧਾਲੀਵਾਲ ਅੱਜ ਤੁਹਾਡੇ ਸਾਹਮਣੇ ਹਿਸਟਰੀ ਦਾ ਲੈਕਚਰ ਲੈ ਕੇ ਆਇਆ। ਆਪਾਂ ਹਿਸਟਰੀ ਦਾ ਸਭ ਤੋਂ ਪਹਿਲਾਂ ਮਤਲਬ ਸਮਝਾਂਗੇ ਕਿ ਹਿਸਟਰੀ ਕੀ ਹੁੰਦੀ ਹੈ, ਕਿਉਂਕਿ ਹਰੇਕ ਕੰਪੀਟੀਸ਼ਨ ਦੇ ਵਿੱਚ ਹਿਸਟਰੀ ਦੇ ਕੁਐਸਚਨ ਅੱਜ ਕੱਲ੍ਹ ਆਉਂਦੇ ਨੇ, ਚਾਹੇ ਉਹ ਪੰਜਾਬ ਦੇ ਹੋਣ, ਚਾਹੇ ਉਹ PTET ਹੈ, CTET ਹੈ, ਮਾਸਟਰ ਕੈਡਰ ਹੈ, ETT ਵਾਲਾ ਕੈਡਰ ਹੈ, ਜਾਂ ਲੈਕਚਰਰ ਕੈਡਰ ਹੈ, ਪੰਜਾਬ ਪੁਲਿਸ ਦਾ ਐਗਜ਼ਾਮ ਹੈ, ਪਟਵਾਰੀ ਦਾ ਐਗਜ਼ਾਮ ਹੈ, ਜਿਹੜਾ ਹੈਗਾ ਜੇਲ੍ਹ ਵਾਰਡਨ ਦਾ ਐਗਜ਼ਾਮ ਹੈ, ਜਾਂ ਹੋਰ ਵੀ 5-6 ਤਰ੍ਹਾਂ ਦੇ ਐਗਜ਼ਾਮ ਹੋ ਚੁੱਕੇ ਨੇ ਔਰ 5-7 ਤਰ੍ਹਾਂ ਦੇ ਹੋਰ ਐਗਜ਼ਾਮ ਪੈਂਡਿੰਗ ਨੇ, ਔਰ ਹੋਰ ਵੀ ਪੋਸਟਾਂ CM ਸਾਹਿਬ ਚੇਂਜ ਹੋਏ ਅਤੇ ਪੋਸਟਾਂ ਨਿਕਲਣ ਦੀ ਸੰਭਾਵਨਾ ਹੈ। ਸੋ ਉਹਨੂੰ ਮੁੱਖ ਰੱਖਦੇ ਹੋਏ ਵੈਸੇ ਤਾਂ ਸਿਲੇਬਸ ਦੇ ਵਿੱਚ ਜੇ ਦੇਖੀਏ ਤਾਂ ਹੜੱਪਾ ਸਿਵਲਾਈਜੇਸ਼ਨ, ਓਰੀਜਨ ਡੇਟ ਤਾਂ ਰਿਗਵੈਦਿਕ ਕਾਲ, ਜੈਨਿਜ਼ਮ, ਬੌਧਿਜ਼ਮ, ਏਜ ਆਫ ਮੌਰੀਆਸ, ਗੁਪਤਾ, ਹਰਸ਼ਵਰਧਨ, ਨਿਊ ਕਿੰਗਸ, ਦਿੱਲੀ ਸਲਤਨਤ, ਉਸ ਤੋਂ ਬਾਅਦ 'ਚ ਮੁਗਲ ਜਿਹੜੇ ਹੈਗੇ ਹੈ, ਰਿਵੋਲਟ ਆਫ 1857, ਜਾਂ ਐਜੂਕੇਸ਼ਨ ਅੰਡਰ ਬ੍ਰਿਟਿਸ਼ ਰੂਲ, ਜਾਂ ਨੈਸ਼ਨਲ ਮੂਵਮੈਂਟ, ਇਸ ਤਰ੍ਹਾਂ ਦੇ ਕੁਐਸਚਨ ਜ਼ਿਆਦਾ ਆਉਂਦੇ ਹੈ। ਪਰ ਜਿਹੜਾ ਅਸੀਂ ਇਸ YouTube ਚੈਨਲ 'ਤੇ ਅਸੀਂ ਲੈਕਚਰ ਪ੍ਰੀਪੇਅਰ ਕਰ ਰਹੇ ਹਾਂ, ਚਾਹੇ ਉਹ ਪੋਲਿਟੀ ਦੇ ਹੋਣ, ਚਾਹੇ ਉਹ ਹਿਸਟਰੀ ਦੇ ਹੋਣ, ਚਾਹੇ ਉਹ ਕਿਸੇ ਹੋਰ ਸਬਜੈਕਟ ਦੇ ਹੋਣ, ਤਾਂ ਪਹਿਲੇ ਜਿਹੜੇ 1-2 ਲੈਕਚਰ ਹੁੰਦੇ ਨੇ ਉਹ ਬੇਸਿਕ ਜਿਹੜਾ ਹੈਗਾ ਉਸ ਸਬਜੈਕਟ ਦੀ ਸਮਝ ਬਣਾਉਣ ਵਾਸਤੇ ਅਸੀਂ ਬਣਾਉਂਦੇ ਹਾਂ, ਕਿ ਉਹਨਾਂ ਨੂੰ ਜੇ ਆਪਾਂ ਸਮਝ ਲਈਏ ਕੌਨਸੈਪਟ ਨੂੰ, ਤਾਂ ਸਾਨੂੰ ਜਿਹੜਾ ਪੂਰਾ ਸਬਜੈਕਟ ਹੈ ਕਿ ਇਹ ਕਿਉਂ ਪੜ੍ਹਿਆ ਜਾ ਰਿਹਾ ਹੈ, ਇਹਦਾ ਮਤਲਬ ਕੀ ਹੈ, ਇਹਦਾ ਮੀਨਿੰਗ ਕੀ ਹੈ, ਔਰ ਇਹ ਕਿਉਂ ਪੜ੍ਹਿਆ ਜਾ ਰਿਹਾ ਹੈ, ਅਸੀਂ ਇਤਿਹਾਸ ਤੋਂ ਜਾਂ ਉਸ ਸਬਜੈਕਟ ਤੋਂ ਕੀ ਸਿੱਖਦੇ ਹਾਂ, ਇਹ ਜਿਹੜੀ ਚੀਜ਼ ਹੈ ਸਮਝਣੀ ਮਹੱਤਵਪੂਰਨ ਹੁੰਦੀ ਹੈ। ਫਿਰ ਸਾਨੂੰ ਉਹ ਜਿਹੜਾ ਸਬਜੈਕਟ ਹੈ ਸਮਝਣਾ ਸੌਖਾ ਹੋ ਜਾਂਦਾ। ਸੋ ਇਸ ਵਾਸਤੇ ਅੱਜ ਮੈਂ ਹਿਸਟਰੀ ਦਾ, ਜਿਵੇਂ ਕਿ ਥੰਬਨੇਲ ਦੇ ਵਿੱਚ ਲਿਖਿਆ ਵੀ ਹੋਇਆ, ਵਾਟ ਇਜ਼ ਹਿਸਟਰੀ, ਉਹਦੇ ਬਾਰੇ ਆਪਾਂ ਪੜ੍ਹਾਂਗੇ। ਤਾਂ ਇਹ ਇਗਨਾਈਟਿਡ ਮਾਈਂਡ ਇੰਸਟੀਚਿਊਟ ਹੈ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨੀ ਦੇ ਨਾਲ ਵੀ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ, ਕਿਉਂਕਿ ਪੰਜਾਬ ਦੀ ਇਕੋਨਮੀ ਹੈ ਜਿਹੜੀ ਉਹ ਟੋਟਲੀ ਕਿਸਾਨਾਂ 'ਤੇ ਜ਼ਿਆਦਾ ਨਿਰਭਰ ਕਰਦੀ ਹੈ, ਔਰ ਜਿਹੜੇ ਸਟੱਡੀ ਕਰਨ ਵਾਲੇ ਜ਼ਿਆਦਾਤਰ ਜੁਝਾਰੂ ਲੋਕ ਨੇ ਉਹ ਜ਼ਿਆਦਾਤਰ ਖੇਤੀ ਨਾਲ ਸੰਬੰਧ ਰੱਖਦੇ ਨੇ। ਸੋ ਉਹਨਾਂ ਦੀ ਸਪੋਰਟ ਦੇ ਵਿੱਚ ਅਸੀਂ ਇਹ ਲੋਗੋ ਜਿਹੜਾ ਹੈਗਾ ਲਾਇਆ ਹੈਗਾ। ਕਿਤੇ ਨਾ ਕਿਤੇ ਸਾਰਿਆਂ ਨੂੰ ਇਸ ਬਾਰੇ ਜਿਹੜਾ ਹੈਗਾ ਸੋਚਣਾ ਚਾਹੀਦਾ। ਤਾਂ ਉਸ ਤੋਂ ਅੱਗੇ ਆਪਾਂ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਤਾਂ ਹਿਸਟਰੀ ਦਾ ਮੀਨਿੰਗ ਆਪਾਂ ਜਿਹੜਾ ਹੈਗਾ ਉਹ ਪੜ੍ਹਾਂਗੇ। ਮੀਨਿੰਗ ਆਫ ਹਿਸਟਰੀ, ਮੀਨਿੰਗ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਉਹ ਘਟਨਾਵਾਂ ਜੋ ਮਨੁੱਖੀ ਜੀਵਨ ਨੂੰ ਅਤੇ ਭੂਗੋਲਿਕ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹੋਣ, ਉਹਨਾਂ ਨੂੰ ਆਪਾਂ ਇਤਿਹਾਸਕ ਘਟਨਾਵਾਂ ਕਹਿ ਸਕਦੇ ਹਾਂ, ਜਾਂ ਜਿਹੜੀਆਂ ਉਹ ਘਟਨਾਵਾਂ ਬੀਤ ਗਈਆਂ ਉਹ ਇਤਿਹਾਸ ਦਾ ਪਾਰਟ ਬਣ ਗਈਆਂ, ਉਹਨਾਂ ਨੂੰ ਇਤਿਹਾਸ ਕਹਿ ਸਕਦੇ ਹਾਂ। ਉਹ ਕਿਹੜੀਆਂ ਘਟਨਾਵਾਂ ਹੋ ਸਕਦੀਆਂ, ਮੈਂ ਤੁਹਾਨੂੰ 2-3 ਐਗਜ਼ਾਮਪਲ ਦਿੰਦਾ। ਜਿਵੇਂ ਹੁਣ ਕਰੋਨਾ ਵਾਇਰਸ ਆਇਆ, ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀਆਂ ਗੱਲਾਂ ਹੋਇਆ ਕਰਨਗੀਆਂ ਕਿ ਕਰੋਨਾ ਵਾਇਰਸ ਨਾਂ ਦੀ ਇੱਕ ਬਿਮਾਰੀ ਆਈ ਸੀ, ਉਹਨੇ ਬਹੁਤ ਲੋਕਾਂ ਨੂੰ ਜਿਹੜਾ ਹੈਗਾ ਪ੍ਰਭਾਵਿਤ ਕੀਤਾ ਸੀਗਾ, ਬਹੁਤ ਸਾਰੀਆਂ ਡੈਥ ਹੋ ਗਈਆਂ ਸੀਗੀਆਂ, ਔਰ ਲੋਕਡਾਊਨ ਹੋਇਆ ਸੀ। ਤਾਂ ਕਿਵੇਂ ਲੋਕਾਂ ਨੇ ਇਸ ਔਖੇ ਸਮੇਂ ਦੇ ਵਿੱਚ ਟਾਈਮ ਪਾਸ ਕੀਤਾ ਸੀਗਾ, ਉਹ ਤੁਸੀਂ ਜਿਹੜਾ ਹੈਗਾ ਜਦੋਂ ਵਿਆਖਿਆ ਕਰਿਆ ਕਰੋਗੇ ਆਉਣ ਵਾਲੇ ਸਮੇਂ 'ਚ, ਉਹ ਹਿਸਟਰੀ ਦਾ ਪਾਰਟ ਹੈ, ਕਿਉਂਕਿ ਉਹਨੇ ਮਨੁੱਖੀ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਭੂਗੋਲਿਕ ਜੀਵਨ ਨੂੰ ਵੀ ਪ੍ਰਭਾਵਿਤ ਕੀਤਾ। ਔਰ ਇਸੇ ਤਰ੍ਹਾਂ 1999 ਦਾ ਆਪਾਂ ਇੱਕ ਐਗਜ਼ਾਮਪਲ ਲਈਏ, ਕਾਰਗਿਲ ਦਾ ਯੁੱਧ ਜਿਹੜਾ ਹੋਇਆ ਸੀਗਾ, ਤਾਂ ਉਹਦੇ 'ਚ ਕੀ ਪ੍ਰਭਾਵ ਪਿਆ ਸੀਗਾ, ਕਿੰਨੇ ਜਵਾਨ ਸ਼ਹੀਦ ਹੋਏ ਸੀ, ਕੌਣ ਜਿੱਤਿਆ ਕੌਣ ਹਾਰਿਆ, ਇਹ ਇੱਕ ਜਿਹੜਾ ਹੈਗਾ ਵਿਸ਼ਾ ਹੈ ਜਿਹੜਾ ਕਿ ਮਨੁੱਖੀ ਜੀਵਨ 'ਤੇ ਪ੍ਰਭਾਵ ਪਾਉਂਦਾ। 2001 ਦਾ ਗੁਜਰਾਤ ਦਾ ਜਿਹੜਾ ਭੂਚਾਲ ਹੈ ਉਹ ਵੀ ਇਸ ਚੀਜ਼ ਵੱਲ ਇਸ਼ਾਰਾ ਕਰਦਾ ਹੈ ਕਿ ਮਨੁੱਖਾਂ ਦੇ ਉੱਪਰ ਕਿੰਨਾ ਪ੍ਰਭਾਵ ਪਿਆ ਸੀ। ਬਹੁਤ ਸਾਰੇ ਲੋਕ ਮਰ ਗਏ ਸੀ, ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਸੀ, ਔਰ ਫਿਰ ਬੇਸਹਾਰਾ ਹੋ ਗਏ ਸੀ, ਔਰ ਕਿੰਨਾ ਲੋਕਾਂ ਨੇ ਜਾ ਕੇ ਉੱਥੇ ਜਿਹੜਾ ਹੈਗਾ ਡਾਇਜ਼ਾਸਟਰ ਮੈਨੇਜਮੈਂਟ ਦਾ ਕੰਮ ਕੀਤਾ, ਔਰ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਉੱਥੋਂ ਬਾਹਰ ਕੱਢਿਆ। ਤਾਂ ਪਹਿਲਾ ਨੰਬਰ ਤਾਂ ਇਹ ਹੈ ਕਿ ਮੈਂ ਪਹਿਲਾਂ ਵੀ ਕਿਹਾ ਕਿ ਮੇਰੇ ਜਦੋਂ ਲੈਕਚਰ ਤੁਸੀਂ ਇਗਨਾਈਟਿਡ ਮਾਈਂਡ ਇੰਸਟੀਚਿਊਟ 'ਤੇ ਸੁਣੋਗੇ
ਤਾਂ ਤੁਹਾਡੇ ਕੋਲੇ ਪੈਨ ਕਾਪੀ ਹੋਣਾ ਬਹੁਤ ਜ਼ਰੂਰੀ ਹੈ। ਵੈਸੇ ਤਾਂ ਅਸੀਂ ਜੋ ਮੈਂ ਪੁਆਇੰਟਸ ਬੋਲੂੰਗਾ ਉਹਨਾਂ ਦੇ ਨੋਟਸ ਬਣਾ ਕੇ ਅਸੀਂ ਜਿਹੜਾ ਸਾਡਾ ਐਪ ਹੈ ਉਹਦੇ 'ਤੇ ਅਪਲੋਡ ਕਰ ਦਾਂਗੇ, ਫ੍ਰੀ ਆਫ ਕਾਸਟ ਤੁਸੀਂ ਉੱਥੋਂ ਲੈ ਸਕਦੇ ਹੋ। ਪਰ ਫਿਰ ਵੀ ਜੇ ਤੁਸੀਂ ਲੈਕਚਰ ਦੇ ਨਾਲ ਨਾਲ ਤੁਸੀਂ ਸੁਣਨਾ ਚਾਹੁੰਦੇ ਹੋ, ਤੁਸੀਂ ਇਹਨੂੰ ਸਲੋਅ ਕਰਕੇ ਜਾਂ ਇਹਨੂੰ ਸਪੀਡਲੀ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਸੁਣਨਾ ਚਾਹੁੰਦੇ ਹੋ ਤਾਂ ਨੋਟ ਜ਼ਰੂਰ ਕਰਿਓ। ਇਸ ਤਰ੍ਹਾਂ ਤੁਹਾਡੇ ਨੋਟਸ ਵੀ ਬਣ ਜਾਣਗੇ ਔਰ ਸਬਜੈਕਟ ਦੀ ਜਿਹੜੀ ਸਮਝ ਵੀ ਬਣ ਜਾਏਗੀ ਔਰ ਤੁਹਾਡੇ ਐਗਜ਼ਾਮ ਦੀ ਜਿਹੜੀ ਹੈਗੀ ਤਿਆਰੀ ਵੀ ਹੋ ਜਾਏਗੀ। ਤਾਂ ਪਹਿਲਾਂ ਤਾਂ ਇਹ ਹੈ ਕਿ ਹਿਸਟਰੀ ਕਿਹਨੂੰ ਕਹਿੰਦੇ ਹੈ, ਉਹ ਘਟਨਾਵਾਂ ਜੋ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹੋਣ। ਦੂਜੀ ਗੱਲ, ਇਤਿਹਾਸ ਦੇ ਵਿੱਚ ਜਿਹੜੀ ਹੈਗੀ ਨਾ ਕਰਮਬੱਧਤਾ, ਕੰਟੀਨਿਊਟੀ ਹੋਣੀ ਜ਼ਰੂਰੀ ਹੈ। ਕਰਮਬੱਧਤਾ ਹੋਣੀ ਜ਼ਰੂਰੀ ਹੈ। ਇਹ ਨਹੀਂ ਕਿ ਕੋਈ ਗੱਲ ਆਪਾਂ ਅੱਜ ਦੀ ਕਰ ਲਈਏ, ਕੋਈ ਪਰਸੋਂ ਦੀ ਕਰ ਲਈਏ, ਕੋਈ 100 ਸਾਲ ਪਹਿਲਾਂ ਦੀ ਕਰ ਲਈਏ ਤਾਂ ਉਹਦੇ ਵਿੱਚ ਜਿਹੜਾ ਹੈਗਾ ਪ੍ਰਭਾਵ ਪੈਂਦਾ ਹੈ। ਜੇਕਰ ਇਤਿਹਾਸਿਕ ਘਟਨਾਵਾਂ ਦੇ ਵਿੱਚ ਕਰਮਬੱਧਤਾ ਨਹੀਂ ਹੈ, ਕੰਟੀਨਿਊਟੀ ਨਹੀਂ ਹੈ ਤਾਂ ਉਹਦਾ ਕੋਈ ਉਹ ਅਰਥ ਨਹੀਂ ਰਹਿ ਜਾਂਦਾ ਕਿ ਕਦੇ ਕੋਈ 100 ਸਾਲ ਪਹਿਲਾਂ ਦੀ ਗੱਲ ਚੱਕ ਲਈ, ਕਦੇ ਅੱਜ ਦੀ ਗੱਲ ਚੱਕ ਲਈ, ਕਦੇ 1000 ਸਾਲ ਵੈਦਿਕ ਕਾਲ 'ਚ ਚਲੇ ਗਏ। ਤਾਂ ਜਿਵੇਂ ਆਪਣਾ ਸਿਲੇਬਸ ਦਿੱਤਾ ਹੈ ਕਿ ਹੜੱਪਾ ਤੋਂ ਲੈ ਕੇ ਫਿਰ ਰਿਗਵੈਦਿਕ, ਫਿਰ ਜੈਨਿਜ਼ਮ, ਫਿਰ ਮੌਰਿਆ, ਫਿਰ ਚੰਦਰਗੁਪਤਾ, ਫਿਰ ਹਰਸ਼ਵਰਧਨ, ਫਿਰ ਜਿਹੜਾ ਹੈਗਾ ਡਾਰਕ ਏਜ ਆਈ, ਨਿਊ ਕਿੰਗਸ ਐਂਡ ਕਿੰਗਡਮ, ਫਿਰ ਦਿੱਲੀ ਸਲਤਨਤ ਆ ਗਈ ਹੈ ਨਾ, ਫਿਰ ਮੁਗਲ ਆ ਗਏ, ਫਿਰ ਅੰਗਰੇਜ਼ ਆ ਗਏ। ਇਹ ਤਾਂ ਹੋਈ ਨਾ ਗੱਲ, ਇਸ ਤਰ੍ਹਾਂ ਆਪਾਂ ਸਮਝ ਸਕਦੇ ਹਾਂ। ਸੋ ਕਰਮਬੱਧਤਾ ਜਿਹੜੀ ਹੈ ਇਹ ਦੂਜਾ ਪੁਆਇੰਟ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਜੇ ਆਪਾਂ ਹਿਸਟਰੀ ਨੂੰ ਪੜ੍ਹਨਾ ਜਾਂ ਸਮਝਣਾ ਚਾਹੁੰਦੇ ਹਾਂ। ਅਗਲਾ, ਸਬੂਤ ਹੋਣਾ ਜ਼ਰੂਰੀ ਹੈ। ਸਬੂਤ ਤੋਂ ਬਿਨਾਂ ਇਤਿਹਾਸ ਜਿਹੜਾ ਹੈਗਾ ਉਹ ਮਿਥਿਹਾਸ ਹੋ ਜਾਂਦਾ ਹੈ, ਇਤਿਹਾਸ ਨਹੀਂ ਰਹਿੰਦਾ, ਉਹ ਆਪਾਂ ਨੂੰ ਗੱਪਾਂ ਮਹਿਸੂਸ ਹੁੰਦੀਆਂ ਨੇ। ਸੋ ਜਿਹੜੇ ਹਿਸਟੋਰੀਅਨ ਨੇ ਉਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈਗੇ ਹੈ ਸਬੂਤ ਇਕੱਠੇ ਕਰਕੇ ਔਰ ਕੁਛ ਕੁ ਠੀਕ ਹੈ ਉਹ ਕਲਪਨਾ ਆਪਦੀ ਯੂਜ਼ ਕਰਦੇ ਹੋਣੇ ਆ, ਪਰ ਉਹ ਕਲਪਨਾ ਜਿਹੜੀ ਹੈਗੀ ਆ ਉਹ ਵੀ ਤਰਕਾਂ ਦੇ ਨਾਲ ਪੇਸ਼ ਕੀਤੀ ਜਾਂਦੀ ਹੈ ਵਿਦ ਪ੍ਰੂਫ। ਤਾਂ ਜਿਹੜੇ ਸਬੂਤ ਹੁੰਦੇ ਨੇ ਉਹ 3 ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਪ੍ਰਾਚੀਨ ਸਬੂਤ ਹੋ ਗਏ, ਨੰਬਰ 1 ਪ੍ਰਾਚੀਨ, ਇਹਨਾਂ ਨੂੰ ਪੁਰਾਤਾਤਵਿਕ ਸਬੂਤ ਕਹਿੰਦੇ ਆ, ਠੀਕ। ਦੂਜੇ ਹੋ ਗਏ ਲਿਟਰੇਰੀ ਜਾਂ ਸਾਹਿਤਕ ਸਬੂਤ ਹੁੰਦੇ ਆ। ਔਰ ਤੀਜੇ ਹੁੰਦੇ ਨੇ ਵਿਦੇਸ਼ੀ ਵਰਣਨ, ਵਿਦੇਸ਼ਾਂ ਤੋਂ ਆਏ ਹੋਏ ਜਿਹੜੇ ਨਾਗਰਿਕ ਨੇ ਜਾਂ ਰਾਜਦੂਤ ਨੇ, ਉਹਨਾਂ ਨੇ ਮਤਲਬ ਜੇ ਆਪਾਂ ਇੰਡੀਆ ਦਾ ਹੀ ਰੈਫਰੈਂਸ ਲੈ ਲਈਏ ਤਾਂ ਇੰਡੀਆ ਦੇ ਵਿੱਚ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਆਏ, ਉਹਨਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਨੇ ਇੱਥੋਂ ਦੇ ਸਮਾਜਿਕ, ਰਾਜਨੀਤਿਕ, ਆਰਥਿਕ ਜਿਹੜਾ ਵਾਤਾਵਰਨ ਦਾ ਬਿਆਨ ਕੀਤਾ ਹੈ ਉਸ ਬਾਰੇ, ਤਾਂ ਉਹ ਵੀ ਸਬੂਤ ਨੇ। ਹੁਣ ਪਹਿਲੇ ਦੀ ਜੇ ਗੱਲ ਕਰੀਏ ਤਾਂ ਇਹਨਾਂ ਜਿਨ੍ਹਾਂ ਨੂੰ ਆਪਾਂ ਪੁਰਾਤਾਤਵਿਕ ਕਹਿੰਦੇ ਹਾਂ ਜਾਂ ਪ੍ਰਾਚੀਨਤਮ ਸਬੂਤ ਕਹਿੰਦੇ ਹਾਂ, ਉਹਨਾਂ ਦੇ ਵੀ ਅੱਗੇ ਤੁਸੀਂ ਕੈਟੇਗਰੀਆਂ ਬਣਾ ਸਕਦੇ ਹੋ। 6-7 ਜਾਂ ਉਸ ਤੋਂ ਵੀ ਜ਼ਿਆਦਾ ਕੈਟੇਗਰੀਆਂ ਬਣਦੀਆਂ ਨੇ, ਤਾਂ ਉਹਨਾਂ ਦਾ ਇੱਕ ਇੱਕ ਕਰਕੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਅਭਿਲੇਖ ਜਿਨ੍ਹਾਂ ਨੂੰ ਕਹਿੰਦੇ ਹਾਂ। ਅਭਿਲੇਖ ਜਿਵੇਂ ਇੱਕ ਚਟਾਨ ਨੂੰ ਕੱਟ ਕੇ ਇੱਕ ਜਿਹੜੀ ਹੈਗੀ ਉਹਦੀ ਸਤ੍ਹਾ ਸਮਤਲ ਕਰ ਲਈ ਜਾਂਦੀ ਹੈ, ਫਿਰ ਉਸ ਦੇ ਉੱਪਰ ਜਿਹੜੇ ਹੈਗੇ ਹੈ ਲਿਖਿਆ ਨਹੀਂ ਜਾਂਦਾ, ਉਹਦੇ ਵਿੱਚ ਕੋਰਿਆ ਜਾਂਦਾ ਹੈ ਵੀ ਕਿ ਜਿਵੇਂ ਮਤਲਬ ਕਿ ਆਪਣੇ ਸੜਕਾਂ 'ਤੇ ਨੀਂਹ ਪੱਥਰ ਲੱਗਦੇ ਹੈ, ਉਹ ਤੁਸੀਂ ਦੇਖੇ ਹੋਣੇ ਆ। ਉਹ ਨੀਂਹ ਪੱਥਰ ਦੇ ਉੱਪਰ ਲਿਖਿਆ ਨਹੀਂ ਹੁੰਦਾ, ਉਹਦੇ ਵਿੱਚੋਂ ਪੱਥਰ ਉਹਨਾਂ ਹਟਾ ਕੇ ਮਤਲਬ ਕਿ ਜਿਵੇਂ ਅੱਖਰ ਕੋਈ ਲਿਖਣਾ ਹੈ ਤਾਂ ਉਹ ਕੋਰਿਆ ਜਾਂਦਾ ਹੈ, ਠੀਕ ਹੈ, ਉਹ ਮਿਟਦਾ ਨਹੀਂ ਹੈ ਮੁੜ ਕੇ। ਤਾਂ ਅਭਿਲੇਖ ਦੀ ਜਿਹੜੀ ਪਰਿਭਾਸ਼ਾ ਹੈ ਉਹਦੀ ਸੱਤਾ ਕਠੋਰ ਹੋਣੀ ਚਾਹੀਦੀ ਹੈ। ਉਹਦੀ ਜਿਹੜੀ ਸਤ੍ਹਾ ਉਹਦਾ ਜਿਹੜਾ ਤਲ ਹੈ ਉਹ ਕਠੋਰ ਹੋਣਾ ਚਾਹੀਦਾ ਹੈ, ਔਰ ਉਹਦੇ ਉੱਪਰ ਜਿਹੜਾ ਲਿਖਿਆ ਗਿਆ ਜਾਂ ਕਹਿ ਦਿਓ ਵੀ ਕੋਰਿਆ ਗਿਆ ਉਹ ਮਿਟਦਾ ਤਾਂ ਹੈ ਹੀ ਨਹੀਂ, ਚਾਹੇ ਜੋ ਮਰਜ਼ੀ ਜ਼ੋਰ ਲਾ ਲਓ, ਮਿਟਦਾ ਨਹੀਂ। ਸੋ ਇਹ ਜਿਹੜੇ ਹੈਗੇ ਅਭਿਲੇਖ ਹੈ। ਹੁਣ ਜਿਹੜੇ ਅਭਿਲੇਖ ਵੀ ਹੈਗੇ ਨੇ ਇਹ ਅੱਗੇ ਕਈ ਤਰ੍ਹਾਂ ਦੇ ਹੈ। ਸਭ ਤੋਂ ਪਹਿਲਾਂ ਆ ਗਿਆ ਸ਼ਿਲਾਲੇਖ। ਸ਼ਿਲਾਲੇਖ ਦਾ ਮਤਲਬ ਹੋ ਗਿਆ ਸਿੱਧਮ ਸਿੱਧਾ, ਸ਼ਿਲਾ ਤੋਂ ਭਾਵ ਆਪਾਂ ਪੱਥਰ ਤੋਂ ਲੈਂਦੇ ਹਾਂ। ਇਹ ਪੱਥਰਾਂ ਦੇ ਉੱਪਰ ਜਿਹੜੇ ਹੈਗੇ ਬਣਾਏ ਜਾਂਦੇ ਸੀਗੇ। ਤਾਂ ਇਹ ਜਿਹੜੇ ਸ਼ਿਲਾਲੇਖ ਨੇ ਇਹ ਰਾਜਿਆਂ ਦੀਆਂ ਆਗਿਆਵਾਂ ਜਿਹੜੀਆਂ ਹੈਗੀਆਂ ਉਹ ਲਿਖਵਾਉਣ ਦੇ ਕੰਮ ਆਉਂਦੇ ਸੀਗੇ, ਰਾਜਿਆਂ ਦੀਆਂ ਆਗਿਆ ਲਿਖਵਾਉਣ ਦੇ ਕੰਮ ਆਉਂਦੇ ਸੀ। ਔਰ ਸਭ ਤੋਂ ਪਹਿਲਾਂ ਜਿਹੜਾ ਹੈਗਾ ਅਸ਼ੋਕ ਨੇ ਸ਼ਿਲਾਲੇਖ ਇਹ ਜਿਹੜੇ ਹੈਗੇ ਲਿਖਵਾਏ। ਇਹਨਾਂ ਦਾ ਸਬੂਤ ਮਿਲਦਾ ਹੈ, ਜੇ ਪ੍ਰਿੰਸਿਪ ਨੇ ਇਹ ਸਬੂਤ ਲੱਭੇ
ਔਰ ਫਿਰ ਇਹਨੂੰ ਹਿਸਟਰੀ ਦਾ ਇੱਕ ਪਾਰਟ ਬਣਾਇਆ। ਅਸ਼ੋਕ ਨੇ ਸਭ ਤੋਂ ਪਹਿਲਾਂ ਸ਼ਿਲਾਲੇਖ ਲਿਖਵਾਏ ਸੀ ਪੱਥਰਾਂ 'ਤੇ, ਔਰ ਕਿੰਨੇ ਲਿਖਵਾਏ ਸੀ? 14 ਲਿਖਵਾਏ ਸੀ। ਕਿੰਨੀਆਂ ਥਾਵਾਂ 'ਤੇ ਲਿਖਵਾਏ ਸੀ? 8 ਥਾਵਾਂ 'ਤੇ ਲਿਖਵਾਏ ਸੀਗੇ। ਇਹ ਜਿਹੜਾ ਕੁਐਸਚਨ ਹੈ ਇਹ IAS ਦੇ ਵਿੱਚ ਵੀ ਪੁੱਛਿਆ ਗਿਆ ਇੱਕ ਵਾਰ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਸ਼ਿਲਾਲੇਖ ਕਿਸ ਨੇ ਲਿਖਵਾਏ, ਤਾਂ ਉਹਦਾ ਆਨਸਰ ਅਸ਼ੋਕ ਹੈਗਾ। ਔਰ ਜਿਹੜੇ ਰੇਲਵੇ ਦੇ ਪੇਪਰ ਵਗੈਰਾ ਆਏ ਨੇ ਉਹਨਾਂ ਨੇ ਇਹ ਪੁੱਛਿਆ ਸੀਗਾ ਕਿ ਅਸ਼ੋਕ ਨੇ ਕਿੰਨੇ ਸ਼ਿਲਾਲੇਖ ਲਿਖਵਾਏ ਸੀ, ਤਾਂ ਉਹ 14 ਸ਼ਿਲਾਲੇਖਾਵਾਂ ਦਾ ਜਿਹੜਾ ਹੈਗਾ ਵਰਣਨ ਮਿਲਦਾ ਹੈ। ਕਿੰਨੀਆਂ ਥਾਵਾਂ 'ਤੇ ਲਿਖਵਾਏ ਸੀਗੇ? ਇਹ ਰਾਜਸਥਾਨ ਦੇ ਜਿਹੜੇ ਟੀਚਰ ਨਾਲ ਸੰਬੰਧਿਤ ਪੇਪਰ ਹੋਏ 3rd ਗ੍ਰੇਡ, ਜਿਹਨੂੰ ਆਪਾਂ ਮਾਸਟਰ ਕੇਡਰ ਕਹਿੰਦੇ ਹਾਂ, ਉਹਦੇ ਵਿੱਚੋਂ ਇਹ ਆਇਆ ਸੀ ਕਿ ਅਸ਼ੋਕ ਨੇ 14 ਸ਼ਿਲਾਲੇਖ ਲਿਖਵਾਏ। ਕਿੰਨੀਆਂ ਥਾਵਾਂ ਤੋਂ ਉਹ ਪ੍ਰਾਪਤ ਹੋਏ ਨੇ? ਤਾਂ ਉਹ 8 ਥਾਵਾਂ ਨੇ ਜਿੱਥੋਂ ਉਹ ਸ਼ਿਲਾਲੇਖ ਪ੍ਰਾਪਤ ਹੋਏ ਨੇ। ਸੋ ਇਹ ਚੀਜ਼ਾਂ ਤੁਸੀਂ ਨੋਟ ਕਰ ਲੈਣੀਆਂ। ਅਗਲੇ ਆ ਗਏ ਗੁਹਾ ਅਭਿਲੇਖ। ਗੁਹਾ ਅਭਿਲੇਖ ਜਿਵੇਂ ਸਪਸ਼ਟ ਹੈ ਇਹਦੇ ਨਾਮ ਤੋਂ, ਜਿਹੜੀਆਂ ਗੁਫਾਵਾਂ ਦੇ ਵਿੱਚ ਗੁਫਾਵਾਂ ਦੀਆਂ ਕੰਧਾਂ 'ਤੇ ਲਿਖਵਾਏ ਗਏ ਹੈ। ਤਾਂ ਇਹ ਵੀ ਜਿਹੜੇ ਹੈਗੇ ਅਸ਼ੋਕ ਨੇ, ਔਰ ਜਿਹੜੇ ਆਜੀਵਕ ਸੰਪਰਦਾਇ ਦੇ ਲੋਕ ਸੀ ਉਹਨਾਂ ਨੇ ਲਿਖਵਾਇਆ। ਇਹਨਾਂ ਦੀ ਕੁੱਲ ਜਨਸੰਖਿਆ ਜਿਹੜੀ ਸੰਖਿਆ ਹੈਗੀ ਹੈ ਉਹ 7 ਮਿਲਦੀ ਹੈ ਕਿ 7 ਗੁਫਾਵਾਂ ਦੇ ਵਿੱਚ ਜਿਹੜਾ ਹੈਗਾ ਗੁਹਾ ਅਭਿਲੇਖ ਲਿਖਵਾਏ ਗਏ ਹੈਗੇ ਹੈ। ਤੀਜੀ ਕੈਟੇਗਰੀ ਅਭਿਲੇਖਾਂ ਦੀ ਆ ਜਾਂਦੀ ਹੈ ਮੁਦਰਾ ਅਭਿਲੇਖ। ਮੁਦਰਾ ਤੋਂ ਤੁਸੀਂ ਭਾਵ ਸਮਝਦੇ ਹੋਵੋਗੇ ਕਰੰਸੀ। ਕਰੰਸੀ ਦੇ ਉੱਪਰ ਜਿਹੜਾ ਹੈਗਾ ਕੁਛ ਲਿਖਵਾਇਆ ਗਿਆ। ਠੀਕ, ਹੁਣ ਸਿੱਕਿਆਂ 'ਤੇ ਠੱਪਾ ਮਾਰ ਕੇ ਲਿਖਿਆ ਜਾਂਦਾ ਸੀ। ਸਿੱਕਿਆਂ ਦੇ ਉੱਪਰ ਠੱਪਾ ਮਾਰ ਕੇ ਲਿਖਿਆ ਜਾਂਦਾ ਸੀ, ਜਿਵੇਂ ਆਪਾਂ ਅੱਜ ਕੱਲ੍ਹ ਰੁਪਇਆ 2 ਰੁਪਏ ਦੇ ਇਸ ਤਰ੍ਹਾਂ ਦੇ ਸਿੱਕੇ ਦੇਖਦੇ ਹਾਂ ਜਾਂ ਪੁਰਾਣੇ ਸਿੱਕੇ ਦੇਖਦੇ ਹਾਂ, ਤਾਂ ਉਹਨਾਂ 'ਤੇ ਜਿਹੜਾ ਠੱਪਾ ਲਾ ਕੇ ਸਿੱਕੇ ਜਿਹੜੇ ਹੈਗੇ ਹੈ ਬਣਾਏ ਜਾਂਦੇ ਅਤੇ ਉਹਨਾਂ ਦੇ ਉੱਪਰ ਲਿਖਵਾਇਆ ਜਾਂਦਾ ਸੀ। ਔਰ ਸਿੱਕੇ ਤੁਸੀਂ ਦੇਖ ਵੀ ਸਕਦੇ ਹੋ, ਜਿਵੇਂ ਮੁਹੰਮਦ ਬਿਨ ਤੁਗਲਕ ਦੇ ਸਮੇਂ ਦੇ ਸਿੱਕੇ ਜਾਂ ਉਸ ਤੋਂ ਪਹਿਲਾਂ ਦੇ ਸਿੱਕੇ, ਸ਼ੇਰ ਸ਼ਾਹ ਸੂਰੀ ਦੇ ਸਿੱਕੇ, ਔਰ ਕੋਈ ਸਿੱਕਿਆਂ ਦੇ ਉੱਪਰ ਦੇਵੀ ਦੇਵਤਿਆਂ ਦੀ ਫੋਟੋ ਬਣਵਾਉਂਦਾ ਸੀ, ਕੋਈ ਆਪਣੀ ਬਣਵਾਉਂਦਾ ਸੀ ਵਗੈਰਾ ਵਗੈਰਾ। ਤਾਂ ਉਹ ਵੀ ਜਿਹੜੇ ਹੈਗੇ ਹਿਸਟਰੀ ਦੇ ਸਬੂਤ ਨੇ। ਉਸ ਤੋਂ ਅੱਗੇ ਆ ਜਾਂਦਾ ਹੈਗਾ ਜਿਹੜੀ ਕੈਟੇਗਰੀ ਹੈ ਉਹ ਹੈਗੇ ਨੇ ਸਤੰਭ ਲੇਖ। ਪਹਿਲਾਂ ਤਾਂ ਇੱਕ ਸਤੰਭ ਬਣਵਾ ਲਿਆ ਜਾਂਦਾ ਹੈ। ਸਤੰਭ ਤੋਂ ਭਾਵ ਕੋਈ ਜਿਵੇਂ ਚੌੜਾਈ 'ਚ ਪਿੱਲਰ ਆਪਾਂ ਗੱਡ ਲਿਆ, ਠੀਕ ਹੈ, ਉਹਨਾਂ ਦੇ ਉੱਪਰ ਜਿਹੜਾ ਹੈਗਾ ਚਾਹੇ ਉਹ ਪੱਥਰਾਂ ਦੇ ਹੋਣ ਚਾਹੇ ਉਹ ਲੋਹੇ ਦੇ ਹੋਣ, ਉਹਨਾਂ ਦੇ ਉੱਪਰ ਆਪਣੇ ਸੰਦੇਸ਼ ਹੈ ਜਿਹੜੇ ਜਾਂ ਆਗਿਆਵਾਂ ਜਿਹੜੀਆਂ ਹੈਗੀਆਂ ਜਾਂ ਆਪਣੇ ਆਰਡਰਸ ਹੈਗੇ ਜਿਹੜੇ ਉਹ ਰਾਜੇ ਰਜਵਾੜੇ ਜਿਹੜੇ ਹੈਗੇ ਲਿਖਵਾਉਂਦੇ ਹੁੰਦੇ ਸੀ। ਤਾਂ ਇਹ ਸਭ ਤੋਂ ਵੱਧ ਜਿਹੜੇ ਹੈਗੇ ਹੈ ਚੁਨਾਰ ਤੋਂ ਆਪਾਂ ਨੂੰ ਪ੍ਰਾਪਤ ਹੋਏ ਹੈ। ਚੁਨਾਰ ਇੱਕ ਸਥਾਨ ਹੈਗਾ ਯੂਪੀ ਦੇ ਵਿੱਚ, ਉੱਥੋਂ ਆਪਾਂ ਨੂੰ ਪ੍ਰਾਪਤ ਹੋਏ ਹੈ। ਔਰ ਪੀਲੇ ਪੱਥਰਾਂ 'ਤੇ ਲਿਖਵਾਏ ਗਏ ਹੈ। ਮਤਲਬ ਕਿ ਚਮਕਦਾਰ ਹੁੰਦੇ ਨੇ ਔਰ ਪੋਲਿਸ਼ ਕੀਤੀ ਹੋਈ ਹੁੰਦੀ ਹੈ ਇਹਨਾਂ 'ਤੇ, ਤਾਂ ਜੋ ਇਹ ਛੇਤੀ ਮਤਲਬ ਕਿ ਮਿਟਣ ਨਾ। ਸੋ ਇਹ ਕੈਟੇਗਰੀ ਤੁਹਾਨੂੰ ਦੱਸੀ ਮੈਂ ਸਤੰਭ ਲੇਖਾਂ ਦੀ। ਸਭ ਤੋਂ ਵੱਧ ਚੁਨਾਰ ਨਾਮ ਦਾ ਸਥਾਨ ਹੈ ਯੂਪੀ ਤੋਂ, ਉੱਥੋਂ ਮਿਲੇ ਨੇ ਔਰ ਇਹ ਪੱਥਰਾਂ 'ਤੇ ਲਿਖੇ ਜਾਂਦੇ ਨੇ। ਉਸ ਤੋਂ ਅੱਗੇ ਜਿਹੜੇ ਆ ਗਏ ਉਹ ਤੁਹਾਡੇ ਨੇ ਭਿੱਤੀ ਚਿੱਤਰ। ਭਿੱਤੀ ਚਿੱਤਰ ਕੀ ਹੁੰਦੇ ਨੇ? ਇਹ ਕੰਧਾਂ 'ਤੇ ਜਿਹੜੇ ਹੈਗੇ ਪਸ਼ੂਆਂ ਦੇ ਚਿੱਤਰ ਬਣਾਏ ਜਾਂਦੇ ਹੈ। ਕੰਧਾਂ ਦੇ ਉੱਪਰ ਪਸ਼ੂਆਂ ਦੇ ਚਿੱਤਰ ਜਿਹੜੇ ਹੈਗੇ ਹੈ ਬਣਾਏ ਜਾਂਦੇ ਆ, ਔਰ ਉਹਨਾਂ ਦੀ ਇੱਕ ਤਰ੍ਹਾਂ ਦੀ ਮਤਲਬ ਕਿ ਲੈਂਗੁਏਜ ਦੇ ਵਿੱਚ ਸਮਝਾਇਆ ਜਾਂਦਾ ਵੀ ਇਹ ਪਸ਼ੂ ਹੈ ਜਿਹੜੇ ਕੀ ਕਹਿਣਾ ਚਾਹੁੰਦੇ ਆ। ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜਾ ਡਾਇਲੋਗ ਕਰਵਾਇਆ ਜਾਂਦਾ ਹੈ। ਔਰ ਇਹ ਜਿਹੜੇ ਭਿੱਤੀ ਚਿੱਤਰ ਜਿਹੜੇ ਹੈਗੇ ਆ ਇਹ ਮੱਧ ਪ੍ਰਦੇਸ਼ ਦੇ ਵਿੱਚ ਭੀਮ ਬੇਟਕਾ ਨਾਂ ਦੇ ਸਥਾਨ ਤੋਂ ਮਿਲੇ ਹੈ। ਮੱਧ ਪ੍ਰਦੇਸ਼ ਦੇ ਵਿੱਚ ਭੀਮ ਬੇਟਕਾ, ਇਹ ਤੁਸੀਂ ਨੋਟ ਕਰ ਲੈਣਾ ਹੈ, ਭੀਮ ਬੇਟਕਾ। ਇਹ ਕੁਐਸਚਨ ਵੀ ਜਿਹੜਾ ਹੈਗਾ ਰੇਲਵੇ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਔਰ ਕਿਤੇ ਨਾ ਕਿਤੇ ਟੈਟ ਦੇ ਵਿੱਚ ਵੀ ਪੁੱਛਿਆ ਜਾ ਚੁੱਕਿਆ ਹੈ। ਪੁਰਾਣਾ ਆਪਣੇ 5-6 ਵਾਰ ਜੋ ਟੈਟ ਹੋਇਆ ਔਰ ਨਵਾਂ ਵੀ ਇੱਥੋਂ ਲਿਆ ਜਾ ਸਕਦਾ ਹੈ। ਆਉਣ ਵਾਲਾ ਜਿਹੜਾ ਹੈਗਾ ਟੈਟ ਵੀ ਅਨਾਊਂਸ ਹੋ ਚੁੱਕਿਆ ਹੈ, ਦਸੰਬਰ ਜਨਵਰੀ 'ਚ ਹੋ ਰਿਹਾ ਹੈ। ਨਾਲ ਸੀ-ਟੈਟ ਦੀ ਤਾਂ ਫਾਰਮ ਫਿਲ ਹੋ ਹੀ ਰਹੇ ਨੇ ਔਰ ਮਾਸਟਰ ਕੈਡਰ ਦੇ ਜਿਹੜੀ ਹੈਗੀਆਂ ਪੋਸਟਾਂ ਆਉਣ ਵਾਲੀਆਂ ਉਹਨਾਂ 'ਚ ਵੀ ਇਹ ਪੁੱਛੇ ਜਾ ਸਕਦੇ ਆ। ਉਸ ਤੋਂ ਅੱਗੇ ਅਗਲੀ ਜਿਹੜੀ ਕੈਟੇਗਰੀ ਆਪਾਂ ਦੇਖਦੇ ਹਾਂ ਕਿ ਸਾਨੂੰ ਜਿਹੜੇ ਹੈਗੇ ਸਬੂਤ ਜਿਹੜੇ ਹਿਸਟਰੀ ਦੇ ਕਿੱਥੋਂ ਕਿੱਥੋਂ ਮਿਲ ਸਕਦੇ ਹੈ। ਸਮਾਰਕ ਹੋ ਗਏ, ਪੁਰਾਣੇ ਕਿਲ੍ਹੇ, ਮੋਹਰਾਂ, ਸਿੱਕੇ, ਇਹਨਾਂ ਤੋਂ ਜਿਹੜਾ ਹੈਗਾ ਆਪਾਂ ਨੂੰ ਅੰਦਾਜ਼ਾ ਲੱਗਦਾ ਹੈ। ਹੁਣ ਜਿਵੇਂ ਪੁਰਾਣੀਆਂ
ਆਪਣੇ ਇਮਾਰਤਾਂ ਹੈ, ਲਾਲ ਕਿਲ੍ਹਾ ਹੋ ਗਿਆ, ਅਜੰਤਾ ਅਲੋਰਾ ਦੀਆਂ ਗੁਫਾਵਾਂ ਹੋ ਗਈਆਂ, ਤਾਜ ਮਹਿਲ ਹੋ ਗਿਆ, ਜਾਂ ਹੋਰ ਬਹੁਤ ਸਾਰੇ ਫਤਿਹਪੁਰ ਸੀਕਰੀ ਦਾ ਕਿਲ੍ਹਾ ਹੋ ਗਿਆ। ਰਾਜਸਥਾਨ ਤਾਂ ਕਿਲ੍ਹਿਆਂ ਨਾਲ ਭਰਿਆ ਹੀ ਪਿਆ, ਤੁਸੀਂ ਕਿੰਨੇ ਹੀ ਕਿਲ੍ਹੇ ਉੱਥੇ ਦੇਖ ਸਕਦੇ ਹੋ। ਪੁਰਾਣੇ ਤੋਂ ਪੁਰਾਣੇ ਕਿਲ੍ਹੇ, ਜਿਵੇਂ ਹਨੂੰਮਾਨਗੜ੍ਹ ਦਾ ਜਿਹੜਾ ਕਿਲ੍ਹਾ ਹੈ ਸਭ ਤੋਂ ਪੁਰਾਣਾ ਹੈ, ਉਹ ਜੈਸਲਮੇਰ ਦੇ ਕਿਲ੍ਹੇ ਹੈਗੇ ਨੇ ਵੱਡੇ ਵੱਡੇ। ਤਾਂ ਇਹ ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਮਿਲ ਜਾਣਗੇ, ਪੂਰੇ ਵਰਲਡ ਦੇ ਵਿੱਚ ਮਿਲ ਜਾਣਗੇ। ਤਾਂ ਉਹਨਾਂ ਦੇ ਕਿਤੇ ਨਾ ਕਿਤੇ ਜਿਹੜੇ ਹੈਗੇ ਹੈ ਸਬੂਤ ਆਪਾਂ ਜਿਹੜੇ ਹੈਗੇ ਆ ਲੈ ਸਕਦੇ ਹਾਂ। ਔਰ ਕੁਛ ਮਿੱਟੀ ਤੋਂ ਬਣੇ ਹੋਏ ਬਰਤਨ ਵੀ ਜਿਹੜੇ ਹੈਗੇ ਹੈ ਉਹ ਇਤਿਹਾਸਕ ਸਬੂਤ ਬਣਦੇ ਨੇ। ਜਿਵੇਂ ਆਪਾਂ ਪੜ੍ਹਾਂਗੇ ਅੱਗੇ ਜਾ ਕੇ, ਖੁਦਾਈ ਹੋਈ ਸਿੰਧੂ ਘਾਟੀ ਸੱਭਿਅਤਾ ਦੀ, ਹੜੱਪਾ ਦੀ ਖੁਦਾਈ ਹੋਈ, ਮੋਹਿੰਜੋ-ਦੜੋ ਦੀ ਖੁਦਾਈ ਹੋਈ, ਔਰ ਉਸ ਤੋਂ ਬਾਅਦ 'ਚ ਵੱਖ ਵੱਖ ਥਾਵਾਂ 'ਤੇ ਖੁਦਾਈਆਂ ਹੋਈਆਂ, ਪੀਲੀ ਬੰਗਾ, ਕਾਲੀ ਬੰਗਾ, ਔਰ ਲੋਥਲ ਹੋ ਗਿਆ, ਜਾਂ ਬਣਾਮਾਲੀ ਹੋ ਗਿਆ ਹਰਿਆਣੇ ਦੇ ਵਿੱਚ, ਜਾਂ ਹਜੇ ਖੁਦਾਈਆਂ ਚੱਲ ਰਹੀਆਂ ਨੇ। ਉਹਨਾਂ ਤੋਂ ਜਿਹੜੇ ਆਪਾਂ ਨੂੰ ਮਿੱਟੀ ਤੋਂ ਬਣੇ ਹੋਏ ਬਰਤਨ ਮਿਲਦੇ ਨੇ, ਜਾਂ ਮਿੱਟੀ ਦੇ ਕੋਈ ਭਾਂਡੇ ਬਰਤਨ, ਮੋਹਰਾਂ, ਮਿੱਟੀ ਦੇ ਖਿਡੌਣੇ, ਤਾਂ ਉਹ ਜਿਹੜੇ ਹੈਗੇ ਆਪਾਂ ਇਹ ਸਾਰੇ ਜਿਹੜੇ ਹੈਗੇ ਆ ਸ਼ਿਲਾ ਲੇਖਾਂ 'ਚ ਆ ਜਾਂਦੇ ਨੇ। ਉਸ ਤੋਂ ਅਗਲਾ ਜਿਹੜਾ ਆਪਣੇ ਕੋਲੇ ਵੱਡਾ ਸਬੂਤ ਦੀ ਆਪਾਂ ਗੱਲ ਕੀਤੀ ਸੀ, ਲਿਟਰੇਰੀ ਸਬੂਤ, ਜਿਨ੍ਹਾਂ ਨੂੰ ਆਪਾਂ ਸਾਹਿਤਕ ਸਬੂਤ ਕਹਿੰਦੇ ਹਾਂ। ਲਿਟਰੇਰੀ ਜਿਹੜੇ ਲਿਖੇ ਗਏ ਧਾਰਮਿਕ ਗ੍ਰੰਥ, ਇਹ ਦੋ ਤਰ੍ਹਾਂ ਦੇ ਨੇ ਲਿਟਰੇਰੀ, ਇੱਕ ਧਾਰਮਿਕ, ਇੱਕ ਜਿਹੜੇ ਹੈਗੇ ਆ ਧਾਰਮਿਕ ਨੂੰ ਛੱਡ ਕੇ ਬਾਕੀ। ਧਾਰਮਿਕ ਦੇ ਵਿੱਚ ਆਪਾਂ ਦੇਖ ਲਓ ਮਹਾਭਾਰਤ ਹੈ, ਜਿਹਦੇ 'ਚੋਂ ਆਪਾਂ ਚੱਕਦੇ ਹਾਂ ਪੋਲੀਟੀਕਲ ਸਾਇੰਸ ਵਾਲੇ ਵੀ ਜਿਹੜਾ ਹੈਗਾ ਸ਼ਾਂਤੀ ਪਰਵਾ ਦੀ ਥਿਊਰੀ ਜਿਹੜੀ ਹੈਗੀ ਹੈ, ਉੱਥੋਂ ਵੀ ਸਟੇਟ ਕਿਵੇਂ ਬਣਿਆ ਉਹ ਸ਼ਾਂਤੀ ਪਰਵਾ 'ਚੋਂ ਪੜ੍ਹਦੇ ਆ। ਧਰਮ ਸ਼ਾਸਤਰ ਹੋ ਗਿਆ, ਇਹ ਜਿਹੜੇ ਹੈਗੇ ਧਾਰਮਿਕ ਗ੍ਰੰਥਾਂ ਤੋਂ ਆਪਾਂ ਨੂੰ ਸਬੂਤ ਮਿਲਦੇ ਆ। ਔਰ ਦੂਜੇ ਧਰਮ ਤੋਂ ਅਲੱਗ ਜਿਹੜਾ ਸਾਹਿਤ ਹੈ, ਜਿਵੇਂ ਕਾਲੀਦਾਸ ਦੇ ਗ੍ਰੰਥ ਹੋ ਗਏ ਜਾਂ ਕੌਟਲਿਆ ਦੇ ਗ੍ਰੰਥ ਹੋ ਗਏ, ਤਾਂ ਇਹ ਗ੍ਰੰਥ ਜਿਹੜੇ ਧਾਰਮਿਕ ਤਾਂ ਨਹੀਂ ਹੈਗੇ, ਪਰ ਇਹਨਾਂ ਤੋਂ ਆਪਾਂ ਨੂੰ ਜਿਹੜਾ ਹੈਗਾ ਇਤਿਹਾਸ ਬਾਰੇ ਪਤਾ ਲੱਗਦਾ ਹੈ, ਉਸ ਸਮੇਂ ਦੀਆਂ ਸਮਾਜਿਕ, ਰਾਜਨੀਤਿਕ, ਆਰਥਿਕ ਗਤੀਵਿਧੀਆਂ ਬਾਰੇ ਪਤਾ ਲੱਗਦਾ ਹੈ ਕਿ ਉਸ ਸਮੇਂ ਕੀ ਸੀਗਾ। ਜੇ ਉਹਨਾਂ ਨੇ ਕੁਛ ਦੇਖਿਆ ਸਮਾਜ ਦੇ ਵਿੱਚੋਂ ਤਾਂ ਉਹੀ ਚੀਜ਼ਾਂ ਉਹਨਾਂ ਨੇ ਲਿਖੀਆਂ। ਔਰ ਉਹਨਾਂ ਨੇ ਇਹ ਵੀ ਲਿਖਿਆ ਕਿ ਹੁਣ ਜਿਹੜਾ ਵਰਤਮਾਨ ਸਮਾਂ ਉਹਦੇ ਸਮਾਜਿਕ, ਆਰਥਿਕ ਔਰ ਰਾਜਨੀਤਿਕ ਹਾਲਾਤਾਂ ਦੇ ਵਿੱਚ ਕੀ ਕੀ ਕਮੀਆਂ ਨੇ, ਉਹਨਾਂ ਕਮੀਆਂ ਨੂੰ ਦੂਰ ਕਰਨ ਵਾਸਤੇ ਉਹਨਾਂ ਨੇ ਸੁਝਾਅ ਵੀ ਲਿਖੇ ਨੇ। ਤਾਂ ਇਹ ਜਿਹੜਾ ਪਰਪਸ ਇਤਿਹਾਸ ਲਿਖਣ ਦਾ ਹੈ ਉਹ ਉੱਥੇ ਪੂਰਾ ਹੁੰਦਾ ਹੈ ਵੀ ਜਦੋਂ ਆਪਾਂ ਪੁਰਾਣੀ ਗੱਲ ਵੀ ਲਿਖੀਏ ਕਿ ਉੱਥੇ ਸਿਸਟਮ ਕਿਸ ਤਰ੍ਹਾਂ ਦਾ ਚੱਲ ਰਿਹਾ ਹੈਗਾ, ਔਰ ਕੀ ਕੀ ਕਮੀਆਂ ਨੇ, ਉਸ ਤੋਂ ਬਾਅਦ ਕੀ ਕੀ ਕਮੀਆਂ ਨਹੀਂ ਹੋਣੀਆਂ ਚਾਹੀਦੀਆਂ, ਔਰ ਇਹਨਾਂ ਕਮੀਆਂ ਨੂੰ ਦੂਰ ਕਰਨ ਵਾਸਤੇ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ। ਜਿਵੇਂ ਕੌਟਲਿਆ ਨੇ ਜਿਹੜਾ ਹੈਗਾ ਰੀਅਲ ਸਟੇਟ ਦੀ ਗੱਲ ਕੀਤੀ ਹੈ ਕਿ ਰਾਜਾ ਨੂੰ ਆਹ ਕਰਨਾ ਚਾਹੀਦਾ ਹੈ, ਆਹ ਕਰਨਾ ਚਾਹੀਦਾ ਹੈ, ਆਹ ਕਰਨਾ ਚਾਹੀਦਾ ਹੈ। ਉਹਨੇ ਪੂਰਾ ਆਪਦਾ ਜਿਹੜਾ ਅਰਥ ਸ਼ਾਸਤਰ ਨਾਂ ਦਾ ਗ੍ਰੰਥ ਹੈ, ਅਰਥ ਸ਼ਾਸਤਰ ਦਾ ਨਾਂ ਸੁਣ ਕੇ ਸਾਨੂੰ ਲੱਗਦਾ ਜਿਵੇਂ ਕੋਈ ਇਕਨੋਮਿਕਸ ਦੀ ਬੁੱਕ ਹੋਏਗੀ, ਨਹੀਂ, ਇਹ ਪੋਲਿਟੀ ਦੀ ਬੁੱਕ ਹੈ। ਇਹ ਪ੍ਰਸ਼ਾਸਨ ਬਾਰੇ ਦੱਸਿਆ ਹੋਇਆ ਕਿ ਇੱਕ ਰਾਜੇ ਨੇ ਜੇ ਰਾਜ ਕਰਨਾ ਹੈ ਤਾਂ ਕਿਵੇਂ ਕਰਨਾ ਹੈ, ਜਿਹਦੇ 'ਚ ਰਾਜਾ ਵੀ ਬਣਿਆ ਰਹੇ ਔਰ ਜਨਤਾ ਦਾ ਕਲਿਆਣ ਵੀ ਕਰਦਾ ਰਹੇ। ਤਾਂ ਇਹ ਦੂਜੀ ਜਿਹੜੀ ਆਪਣੀ ਕੈਟੇਗਰੀ ਸੀਗੀ ਉਹ ਪੂਰੀ ਹੋਊਗੀ ਸਾਹਿਤਕ ਸਬੂਤਾਂ ਵਾਲੀ। ਤੀਜੀ ਤਰ੍ਹਾਂ ਦੇ ਸਬੂਤ ਹੈਗੇ ਨੇ ਉਹ ਵਿਦੇਸ਼ੀ ਵਰਣਨ ਹੈ। ਵਿਦੇਸ਼ੀ ਵਰਣਨ ਦਾ ਮਤਲਬ ਕਿਉਂਕਿ ਆਪਾਂ ਇੱਕ ਆਮ ਹੀ ਕਿਹਾ ਜਾਂਦਾ ਹੈ ਕਿ ਇੰਡੀਆ ਜਿਹੜਾ ਹੈਗਾ ਵਿਸ਼ਵ ਗੁਰੂ ਰਿਹਾ ਤਾਂ ਇੱਥੇ ਯੂਨੀਵਰਸਿਟੀਜ਼ ਵਗੈਰਾ ਸੀਗੀਆਂ। ਨਾਲੰਦਾ ਯੂਨੀਵਰਸਿਟੀ ਹੋ ਗਈ, ਜਿਵੇਂ ਤਕਸ਼ਸ਼ਿਲਾ ਯੂਨੀਵਰਸਿਟੀ ਹੋ ਗਈ, ਉਹਨਾਂ ਬਾਰੇ ਪੜ੍ਹਾਂਗੇ ਆਪਾਂ, ਕਿਹਨੇ ਬਣਾਈ, ਕਦੋਂ ਬਣਾਈ, ਕੌਣ ਪੜ੍ਹਾਉਂਦਾ ਸੀ, ਕਿੰਨੇ ਟੀਚਰ ਸੀ, ਅੱਗੇ ਜਾ ਕੇ ਅਗਲੇ ਲੈਕਚਰਾਂ 'ਚ ਪੜ੍ਹਾਂਗੇ। ਪਰ ਉੱਥੇ ਜਿਹੜੇ ਯਾਤਰੀ ਆਏ, ਚਾਹੇ ਉਹ ਕਿਤੋਂ ਆਇਆ, ਮੈਂ ਤੁਹਾਨੂੰ ਦੱਸਦਾ, ਜਿਵੇਂ ਮੈਗਸਥਨੀਜ਼ ਸੀਗਾ, ਇਹ ਮੌਰੀਆ ਸਾਮਰਾਜ 'ਚ ਆਇਆ ਸੀ ਅਤੇ ਇਹਨੇ ਇੰਡਿਕਾ ਨਾਂ ਦੀ ਕਿਤਾਬ ਲਿਖੀ ਸੀਗੀ। ਤਾਂ ਇੰਡਿਕਾ ਨਾਂ ਦੀ ਬੁੱਕ ਦੇ ਵਿੱਚ ਇਹਨੇ ਉਸ ਸਮੇਂ ਆਪਣੇ ਦੇਸ਼ ਦੇ ਬਾਰੇ, ਕਿਉਂਕਿ ਮੌਰੀਆ ਜਿਹੜਾ ਸਮਰਾਟ ਸੀਗਾ ਉਹਨੇ ਦੇਸ਼ ਨੂੰ ਇਕੱਠਾ ਕਰ ਲਿਆ ਸੀ, ਯੂਨੀਫਿਕੇਸ਼ਨ ਕਰ ਲਿਆ ਸੀਗਾ, ਤਾਂ ਉਹਦੇ ਜਿਹੜੇ ਹੈਗੇ ਰਾਜਨੀਤਿਕ ਗਤੀਵਿਧੀਆਂ ਬਾਰੇ ਲਿਖਿਆ, ਸਮਾਜਿਕ ਆਰਥਿਕ ਗਤੀਵਿਧੀਆਂ ਬਾਰੇ ਲਿਖਿਆ। ਉੱਥੋਂ ਆਪਾਂ ਨੂੰ ਇਹ ਪਤਾ ਲੱਗਦਾ ਵੀ ਸਾਡੇ ਪੁਰਾਣੇ ਸਮੇਂ 'ਚ ਕੀ ਕੁਛ ਹੋਇਆ ਸੀਗਾ। ਇੱਕ ਵਿਦਵਾਨ ਫਾਹੀਆਨ ਆਇਆ ਸੀ,
ਇਹ ਗੁਪਤ ਕਾਲ 'ਚ ਆਇਆ ਸੀ। ਇਹਨੇ ਫੋਕੋਕੀ ਨਾਂ ਦਾ ਜਿਹੜਾ ਹੈਗਾ ਗ੍ਰੰਥ ਲਿਖਿਆ ਸੀਗਾ। ਇਹ ਆਮ ਹੀ ਇਹ ਹਰੇਕ ਪੇਪਰ 'ਚ ਪੁੱਛੇ ਜਾਂਦੇ। ਇਹਨਾਂ ਦੇ ਵਿੱਚੋਂ ਤੁਹਾਨੂੰ ਮੈਂ 5 ਜਿਹੜੇ ਹੈਗੇ ਦੱਸਦਾ। ਹਰੇਕ ਪੇਪਰ ਦੇ ਵਿੱਚ ਇਹਨਾਂ 'ਚੋਂ ਇੱਕ ਬਾਰੇ ਪੁੱਛਿਆ ਹੀ ਜਾਂਦਾ। ਫਾਹੀਆਨ ਨੇ ਫੋਕੋਕੀ ਨਾਂ ਦੀ ਜਿਹੜੀ ਇਹ ਕਿਤਾਬ ਲਿਖੀ ਹੈ, ਗੁਪਤ ਕਾਲ ਵੇਲੇ ਆਇਆ ਸੀਗਾ। ਔਰ ਹਿਊਨ ਸਾਂਗ ਸੀਗਾ ਜਿਹੜਾ, ਇਹ ਹਰਸ਼ਵਰਧਨ ਦੇ ਸਮੇਂ ਆਇਆ ਸੀਗਾ। ਔਰ ਇਹਨੇ ਬੁੱਕ ਲਿਖੀ ਸੀ ਸੀ ਯੂਕੀ ਨਾਂ ਦੀ ਇਹਨੇ ਬੁੱਕ ਲਿਖੀ ਸੀ। ਇਸੇ ਤਰ੍ਹਾਂ ਇੱਕ ਲਾਮਾ ਤਾਰਾਨਾਥ ਜਿਹੜਾ ਹੈਗਾ, ਇਹ ਤਿੱਬਤ ਤੋਂ ਜਿਹੜਾ ਹੈਗਾ ਵਿਦਵਾਨ ਸੀਗਾ। ਇਹ ਇੱਥੇ ਐਜੂਕੇਸ਼ਨ ਪ੍ਰਾਪਤ ਕਰਨ ਲਈ ਆਇਆ ਸੀਗਾ, ਜਾਂ ਕਹਿ ਲਓ ਵੀ ਇੱਥੋਂ ਦਾ ਸਿਸਟਮ ਦੇਖਣ ਲਈ ਆਇਆ ਸੀ, ਜਾਂ ਆਪਣੇ ਦੇਸ਼ ਦੇ ਅਤੇ ਇੰਡੀਆ ਦੇ ਭਾਰਤ ਦੇ ਜਿਹੜੇ ਹੈਗਾ ਸਿਸਟਮ ਦੀ ਕੰਪੈਰੀਟਿਵ ਸਟੱਡੀ ਲਈ ਆਇਆ ਸੀ। ਇਹਦੇ ਵੀ ਕਿਤੇ ਨਾ ਕਿਤੇ ਗ੍ਰੰਥ ਸਾਨੂੰ ਮਿਲਦੇ ਨੇ। ਔਰ ਅੱਗੇ ਪੜ੍ਹਾਂਗੇ ਆਪਾਂ ਜਿਹੜਾ ਹੈਗਾ ਇਹਨਾਂ ਲਾਮਾ ਤਾਰਾਨਾਥ ਬਾਰੇ, ਔਰ ਇਹ ਜਿਹੜੇ ਮੈਂ ਦੱਸ ਰਿਹਾ ਸਾਰਿਆਂ ਬਾਰੇ। ਔਰ ਫਿਰ ਅਲ ਬਰੂਨੀ ਦਾ ਆਪਾਂ ਨਾਮ ਲੈ ਸਕਦੇ ਹਾਂ, ਜਿਹੜਾ ਕਿ ਮੁਹੰਮਦ ਗੌਰੀ ਵਗੈਰਾ ਨਾਲ ਉਹਨਾਂ ਨਾਲ ਆਇਆ ਸੀਗਾ ਅਤੇ ਇਹਨੇ ਵਧੀਆ ਗ੍ਰੰਥ ਲਿਖੇ। ਜਾਂ ਅਮੀਰ ਖੁਸਰੋ, ਠੀਕ। ਤਾਂ ਇਹਨਾਂ ਸਾਰਿਆਂ ਬਾਰੇ ਆਪਾਂ ਜਿਵੇਂ ਜਿਵੇਂ ਟੌਪਿਕ ਵਾਈਜ਼ ਅੱਗੇ ਅੱਗੇ ਚੱਲੇ ਜਾਵਾਂਗੇ, ਉਵੇਂ ਉਵੇਂ ਪੜ੍ਹਦੇ ਜਾਵਾਂਗੇ। ਸੋ ਇੱਥੇ ਆਪਣੀ ਗੱਲ ਜਿਹੜੀ ਹੈਗੀ ਹੈ ਹਿਸਟਰੀ ਦੀ ਖਤਮ ਹੁੰਦੀ ਹੈ ਕਿ ਹਿਸਟਰੀ ਕੀ ਚੀਜ਼ ਹੁੰਦੀ ਹੈ। ਉਹ ਘਟਨਾਵਾਂ ਜੋ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹੋਣ, ਇਹਨਾਂ 'ਚ ਕਰਮਬੱਧਤਾ ਹੋਣੀ ਚਾਹੀਦੀ ਹੈ, ਇਹਨਾਂ ਦੇ ਸਬੂਤ ਹੋਣੇ ਚਾਹੀਦੇ ਹੈ। ਸਬੂਤ ਜਿਹੜੇ ਹੈਗੇ ਹੈ ਕਿੰਨੇ ਤਰ੍ਹਾਂ ਦੇ ਹੋਣੇ ਚਾਹੀਦੇ ਹੈ, ਮਤਲਬ ਕਿੰਨੇ ਤਰ੍ਹਾਂ ਦੇ ਹੈਗੇ ਨੇ ਅਭਿਲੇਖ, ਪੁਰਾਤਾਤਵਿਕ ਹੋ ਗਏ, ਸਾਹਿਤਿਕ ਹੋ ਗਏ, ਵਿਦੇਸ਼ੀ ਹੋ ਗਏ। ਪੁਰਾਤਾਤਵਿਕ ਹੈ ਜਾਂ ਪੁਰਾਣੇ ਹੈ ਜਾਂ ਐਨਸ਼ੀਅੰਟ ਹੈ, ਉਹਨਾਂ 'ਚ ਅਭਿਲੇਖ ਆ ਜਾਂਦੇ ਆ। ਕਈ ਤਰ੍ਹਾਂ ਦੇ ਅਭਿਲੇਖ ਆ ਗਏ, ਸ਼ਿਲਾਲੇਖ, ਗੁਹਾ ਅਭਿਲੇਖ, ਮੁਦਰਾ ਅਭਿਲੇਖ, ਸਤੰਭ ਲੇਖ, ਭਿੱਤੀ ਚਿੱਤਰ, ਸਮਾਰਕ, ਕਿਲੇ, ਮੋਹਰਾਂ, ਸਿੱਕੇ। ਫਿਰ ਆਪਾਂ ਸਾਹਿਤਿਕ ਸਬੂਤ ਦੇਖੇ 2 ਤਰ੍ਹਾਂ ਦੇ, ਇੱਕ ਤਾਂ ਧਾਰਮਿਕ, ਇੱਕ ਧਰਮ ਤੋਂ ਵੱਖ। ਧਾਰਮਿਕ ਗ੍ਰੰਥਾਂ ਦਾ ਗੱਲ ਕੀਤੀ ਆਪਾਂ, ਔਰ ਧਰਮ ਤੋਂ ਵੱਖਰੇ ਜਿਹੜੇ ਵਿਦਵਾਨਾਂ ਨੇ ਜਿਹੜੇ ਉਸ ਸਮੇਂ ਗ੍ਰੰਥ ਲਿਖੇ ਸੀ ਉਹਨਾਂ ਦਾ ਆਪਾਂ ਗੱਲ ਕੀਤੀ। ਵਿਦੇਸ਼ੀ ਵਰਣਨ ਦੇ ਵਿੱਚ ਮੈਗਸਥਨੀਜ਼, ਫਾਹੀਆਨ, ਹਿਊਨ ਸਾਂਗ, ਲਾਮਾ ਤਾਰਾਨਾਥ, ਅਲ ਬਰੂਨੀ ਦੀਆਂ ਆਪਾਂ ਐਗਜ਼ਾਮਪਲਾਂ ਲਈਆਂ। ਸੋ ਤੁਸੀਂ ਇਹ ਹੁਣ ਮੈਨੂੰ ਲੱਗਦਾ ਵੀ ਤੁਹਾਨੂੰ ਸਮਝ ਆ ਗਈ ਹੋਊਗੀ ਕਿ ਹਿਸਟਰੀ ਹੈ ਕੀ। ਤਾਂ ਇੱਥੇ ਆਪਾਂ ਇਹ ਇੱਕ ਛੋਟੀ ਵੀਡੀਓ ਜਿਹੜੀ ਹੈਗੀ ਹੈ ਇਹ ਬਣਾਉਂਦੇ ਹਾਂ। ਔਰ ਇੱਕ ਹੋਰ ਤੁਹਾਨੂੰ ਇੱਕ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਕਿ ਇਤਿਹਾਸ ਦਾ ਜਿਹੜਾ ਹੈਗਾ ਸ਼ਬਦੀ ਅਰਥ ਕੀ ਹੈ, ਫਿਰ ਕਲਾਸੀਫਿਕੇਸ਼ਨ ਆਫ ਹਿਸਟਰੀ ਜਿਹੜੀ ਹੈਗੀ ਆ, ਉਹ ਇੱਕ ਹੋਰ ਜਿਹੜਾ ਹੈਗਾ ਆਪਾਂ ਅਗਲੇ ਵੀਡੀਓ 'ਚ ਕਰਦੇ ਹਾਂ, ਕਿਉਂਕਿ ਇਹ ਵੀਡੀਓ ਬਹੁਤ ਜ਼ਿਆਦਾ ਲੰਬਾ ਹੋ ਜਾਣਾ, ਫਿਰ ਸਾਰਿਆਂ ਵਾਸਤੇ ਬੋਰਿੰਗ ਹੋ ਜਾਂਦਾ। ਸੋ ਤੁਸੀਂ ਲਗਾਤਾਰ ਬਣੇ ਰਹੋ ਇਸ ਚੈਨਲ 'ਤੇ। ਔਰ ਇਸ ਚੈਨਲ ਨੂੰ ਜਿਹੜਾ ਹੈਗਾ ਇਗਨਾਈਟਿਡ ਮਾਈਂਡ ਇੰਸਟੀਚਿਊਟ ਨੂੰ ਤੁਸੀਂ ਆਪਦੇ ਜਿਹੜਾ ਹੈਗਾ ਐਂਡਰੋਇਡ ਫੋਨ 'ਤੇ ਤੁਸੀਂ ਜੁਆਇਨ ਕਰ ਸਕਦੇ ਹੋ ਪਲੇ ਸਟੋਰ ਤੋਂ। ਔਰ ਜੇ ਤੁਹਾਡੇ ਕੋਲ ਆਈਫੋਨ ਵਗੈਰਾ ਹੈਗਾ ਤਾਂ ਤੁਸੀਂ ਕਲਾਸ ਪਲੱਸ 'ਤੇ ਕਰ ਸਕਦੇ ਹੋ। ਔਰ ਇਹਦਾ ਇੱਕ ਜਿਹੜੀ ਹੈਗੀ ਹੈ ਇੰਸਟਾਗ੍ਰਾਮ ਆਈਡੀ ਹੈ, ਉਹ ਵੀ ਅਸੀਂ ਇਹਦੇ ਜਿਹੜਾ ਹੈਗਾ ਲਿੰਕ 'ਚ ਪਾ ਦਿਆਂਗੇ, ਮੋਬਾਈਲ ਨੰਬਰ ਵੀ ਪਾ ਦਿਆਂਗੇ। ਕਿਸੇ ਨੂੰ ਕੋਈ ਸਮੱਸਿਆ ਹੈਗੀ ਹੈ ਜਾਂ ਤਾਂ ਕਮੈਂਟਸ ਦੇ ਵਿੱਚ ਹੀ ਉਹ ਦੱਸੇ ਵੀ ਇਹ ਲੈਕਚਰ ਕਿਸ ਤਰ੍ਹਾਂ ਦਾ ਲੱਗਿਆ, ਇਹਦੀ ਕੀ ਖੂਬੀਆਂ ਨੇ, ਕੀ ਕਮੀਆਂ ਨੇ, ਤਾਂ ਜੋ ਉਹਨਾਂ ਨੂੰ ਸੁਧਾਰਿਆ ਜਾ ਸਕੇ। ਔਰ ਇਹਨੂੰ ਲਾਈਕ ਜ਼ਰੂਰ ਕਰਿਓ, ਲਾਈਕ, ਸ਼ੇਅਰ, ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ, ਕਿਉਂਕਿ ਤੁਹਾਡਾ ਤਾਂ 1 ਮਿੰਟ ਲੱਗਣਾ ਔਰ ਸਾਨੂੰ ਇਸ ਦੇ ਬਦਲੇ ਬੜਾ ਮੋਟੀਵੇਸ਼ਨ ਮਿਲਦਾ। ਔਰ ਅਸੀਂ ਬੜੇ ਉਤਸ਼ਾਹ ਨਾਲ ਹੋਰ ਵੀ ਮੈਟਰ ਇੱਧਰੋਂ ਉੱਧਰੋਂ ਇਕੱਠਾ ਕਰਕੇ, ਉਹਦੇ ਫੈਕਟ ਇਕੱਠੇ ਕਰਕੇ, ਔਰ ਸਿਰਫ ਐਗਜ਼ਾਮ ਓਰੀਐਂਟਡ ਹੀ ਨਹੀਂ ਬਲਕਿ ਇਹ ਆਮ ਸਮਝ ਬਣਾਉਣ ਵਾਸਤੇ ਕਿ ਇਤਿਹਾਸ ਕਿਉਂ ਪੜ੍ਹਿਆ ਜਾ ਰਿਹਾ, ਕਿਉਂ ਪੜ੍ਹਨਾ ਜ਼ਰੂਰੀ ਹੈ, ਕਿਉਂ ਪੁਰਾਣੀਆਂ ਚੀਜ਼ਾਂ ਪੜ੍ਹੀ ਜਾ ਰਹੇ ਹਾਂ, ਕੀ ਕੰਮ ਆਉਂਦੀਆਂ ਹੈ। ਬਹੁਤ ਸਾਰੇ ਸਟੂਡੈਂਟਸ ਦਾ ਜਿਹੜਾ ਹੈਗਾ ਇਹ ਸਵਾਲ ਹੁੰਦਾ ਅਤੇ ਉਹਨਾਂ ਦਾ ਵੀ ਜਵਾਬ ਨਾਲ ਦੀ ਨਾਲ ਤੁਹਾਨੂੰ ਮਿਲਦਾ ਰਹੂਗਾ। ਸੋ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਨਾ ਹੈ, ਕਮੈਂਟ ਕਰਨਾ ਹੈ, ਇਹਨੂੰ ਅੱਗੇ ਸ਼ੇਅਰ ਵੀ ਕਰਨਾ ਹੈ, ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ, ਘੰਟੀ ਵਾਲਾ ਬਟਨ ਵੀ ਦਬਾਉਣਾ ਹੈ, ਤਾਂ ਜੋ ਅੱਗੇ ਅਸੀਂ ਜੋ ਵੀ ਪਾਈਏ ਵੀਡੀਓ ਤਾਂ ਤੁਹਾਨੂੰ ਉਹ ਜਿਹੜਾ ਮੈਸੇਜ ਆ ਜਾਵੇ। ਬਾਕੀ ਇਸ ਲੈਕਚਰ ਨੂੰ ਸੁਣਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ।